ਜਿਸ ਨਾਲ ਤੈਨੂੰ ਇੰਨਾ ਹੇਤ ਹੈ, ਮਨਾ ਕੂੜਾ ਇਹ ਸੰਸਾਰ। ਕੂੜਾ ਜੋਰੂ ਜਰ ਜੇਵਰੀ, ਕੂੜਾ ਸਭ ਵਪਾਰ। ਕੂੜ ਸੰਗ ਤੇਰੀ ਦੋਸਤੀ, ਤੈਨੂੰ ਕੂੜੇ ਨਾਲ ਪਿਆਰ। ਤੂੰ ਸੱਚਾ ਕਰ ਜੋ ਜਾਣਿਆ, ਇਹ ਜਗ ਬਿਨ ਸੰਹਾਰ। ਵਿੱਚ ਭਰਮ ਭੁਲੇਖੇ ਮਨਸੂਰ ਵੇ, ਕਿਉਂ ਵਿਸਰਿਓ ਕਰਤਾਰ, ਕਿਉਂ ਵਿਸਰਿਓ ਕਰਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੈਨਲ ਤੂੰ ਸੱਤ ਅਖੰਡ ਜੋਤ ਤੇ ਪ੍ਰੋਗਰਾਮ ਸੁਘੜ ਵਿਚਾਰ ਵਿੱਚ ਜੋ ਅੱਜ ਸਾਡੇ ਵਿਚਾਰ ਦਾ ਕੇਂਦਰ ਹੈ ਉਹ ਹੈ ਕੂੜਾ। ਜਦੋਂ ਅਸੀਂ ਲਫ਼ਜ਼ ਕੂੜਾ ਸੁਣਦੇ ਹਾਂ ਤੇ ਸਾਡੇ ਅੱਗੇ ਡਸਟਬਿਨ ਵਿੱਚ ਪਏ ਕੂੜੇ ਦੀ, ਘਰ ਵਿੱਚੋਂ ਹੂੰਜ ਕੇ ਕੱਢੇ ਕੂੜੇ ਦੀ, ਜਮਾਦਾਰ ਦੀ ਰੇਹੜੀ ਤੇ ਪਏ ਕੂੜੇ ਦੀ, ਜਾਂ ਬਾਹਰ ਕਿਤੇ ਗੰਦਗੀ ਦੇ ਲੱਗੇ ਢੇਰ ਦੀ ਤਸਵੀਰ ਅੱਗੇ ਆ ਖਲੋਂਦੀ ਹੈ। ਤੇ ਜਦੋਂ ਕੂੜ ਕਬਾੜ ਕਹੀਏ ਤੇ ਘਰ ਵਿੱਚ ਪਏ ਵਾਧੂ ਬੇਲੋੜੀਂਦੇ ਫਜ਼ੂਲ ਸਮਾਨ ਦਾ ਵਿਜ਼ਨ ਸਾਡੇ ਅੱਗੇ ਆ ਖਲੋਂਦਾ ਹੈ। ਇਸ ਕੂੜੇ ਜਾਂ ਕੂੜ ਕਬਾੜ ਨੂੰ ਅਸੀਂ ਕੂੜਾ ਜਾਣ ਲਿਆ ਹੈ, ਮਤਲਬ ਇਸ ਬਾਹਰੀ ਕੂੜੇ ਤੋਂ ਅਸੀਂ ਜਾਣੂ ਹਾਂ। ਸਾਡੀ ਸਮਝ ਦਾ ਸਾਰ ਜਿਸ ਚੀਜ਼ ਨੂੰ ਸਾਡੇ ਲਈ ਫਜ਼ੂਲ ਦਰਸਾਉਂਦਾ ਹੈ, ਜੋ ਸਾਡੀ ਵਰਤੋਂ ਵਿੱਚ ਨਹੀਂ, ਸਾਡੇ ਕੰਮ ਦਾ ਨਹੀਂ, ਉਸ ਨੂੰ ਅਸੀਂ ਕੂੜੇ ਵਜੋਂ ਘਰੋਂ ਬਾਹਰ ਕੱਢ ਦਿੰਦੇ ਹਾਂ। ਤੇ ਜਦੋਂ ਕੂੜ ਕਬਾੜ ਘਰੋਂ ਕੱਢ ਦਈਏ, ਕੂੜਾ ਸਾਫ਼ ਕਰਦੇ ਰਹੀਏ ਤੇ ਅਸੀਂ ਸਾਫ਼ ਸੁਥਰੇ ਤੇ ਚੰਗੀ ਸਾਫ਼ ਸਫਾਈ ਰੱਖਣ ਵਾਲੇ ਅਖਵਾਉਂਦੇ ਹਾਂ। ਅਤੇ ਨਾਲ ਹੀ ਅਸੀਂ ਸਤਰਕ ਵੀ ਹੁੰਦੇ ਹਾਂ ਕਿ ਕੂੜਾ ਸਾਡੇ ਘਰ ਵਿੱਚ ਜਮ੍ਹਾਂ ਨਾ ਰਹੇ। ਇਹ ਗੰਦਗੀ ਫੈਲਾਉਂਦਾ ਹੈ, ਦਲਿੱਦਰ ਹੈ ਘਰ ਦਾ, ਬਿਮਾਰੀ ਨੂੰ ਸੱਦਾ ਦਿੰਦਾ ਹੈ। ਇਹ ਸਭ ਸੋਚਣਾ ਸਾਡੀ ਚੰਗੀ ਸੂਝ ਸਮਝ ਦੀ ਨਿਸ਼ਾਨੀ ਹੈ। ਪਰ ਇੱਕ ਗੱਲ ਵਾਚੀਏ ਬੜੀ ਬਰੀਕੀ ਨਾਲ ਕਿ ਇੱਕ ਕੂੜ ਦੀ ਗੱਲ ਜਾਂ ਕੂੜੇ ਦੀ ਗੱਲ ਗੁਰੂ ਗੁਰਬਾਣੀ ਵਿੱਚ ਵੀ ਦਰਜ ਹੈ। ਹੁਣ ਜਿਸ ਕੂੜ ਦੀ ਗੱਲ ਪਵਿੱਤਰ ਗੁਰੂ ਗੁਰਬਾਣੀ ਕਰਦੀ ਹੈ ਉਹ ਕੀ ਹੈ? ਇਹ ਜੋ ਬਾਹਰੀ ਕੂੜੇ ਦੀ, ਕੂੜ ਕਬਾੜ ਦੀ ਗੱਲ ਹੈ, ਇਸ ਦੀ ਤੇ ਸਾਨੂੰ ਸਮਝ ਹੈ। ਪਰ ਜਿਸ ਕੂੜ ਦੀ ਗੱਲ ਗੁਰੂ ਗੁਰਬਾਣੀ ਵਿੱਚ ਹੈ, ਕੀ ਉਸ ਦੀ ਸਾਨੂੰ ਸਮਝ ਹੈ? ਗੁਰੂ ਗੁਰਬਾਣੀ ਵਿੱਚ ਅਨੇਕਾਂ ਫਰਮਾਨਾਂ ਦੁਆਰਾ ਕੂੜ ਦੀ ਗੱਲ ਕੀਤੀ ਗਈ ਤੇ ਜੋ ਲਫ਼ਜ਼ ਕੂੜ ਹੈ, ਇਸ ਦਾ ਅਰਥ ਮਹਾਨ ਕੋਸ਼ ਵਿੱਚ ਝੂਠ ਅਤੇ ਅਸੱਤਿਆ ਦੱਸਿਆ ਗਿਆ ਹੈ। ਗੁਰੂ ਗੁਰਬਾਣੀ ਫਰਮਾਨ ਕਰਦੀ ਹੈ, ਕੂੜ ਬੋਲ ਬਿਖ ਖਾਵਣਿਆ। ਭਾਵ ਜੋ ਕੂੜ ਬੋਲ, ਜੋ ਝੂਠ ਅਸੀਂ ਸੱਚ ਨੂੰ ਲੁਕਾ ਆਪਣੀ ਜ਼ੁਬਾਨ ਤੋਂ ਬੋਲਦੇ ਹਾਂ, ਲਫ਼ਜ਼ਾਂ ਦਾ ਹੇਰ ਫੇਰ ਕਰਦੇ ਹਾਂ, ਉਹ ਜ਼ਹਿਰ ਖਾਣ ਦੇ ਬਰਾਬਰ ਹੈ। ਜੇਕਰ ਕੂੜ ਬੋਲ ਜ਼ਹਿਰ ਖਾਵਣ ਦੇ ਬਰਾਬਰ ਹੈ ਤੇ ਅਸੀਂ ਕਿਉਂ ਨਿੱਤਾ ਪ੍ਰਤੀ ਆਪਣੇ ਮੁੱਖ ਵਿੱਚ ਆਪ ਜ਼ਹਿਰ ਪਾ ਰਹੇ ਹਾਂ? ਇਹ ਮੁੱਖ ਤੇ ਅੰਮ੍ਰਿਤ ਪੀਵਣ ਲਈ ਬਣਿਆ ਹੈ, ਪਰ ਅਸੀਂ ਅੰਮ੍ਰਿਤ ਛੱਡ ਝੂਠ ਬੋਲ ਜ਼ਹਿਰ ਨਿਕਲ ਰਹੇ ਹਾਂ। ਗੁਰੂ ਗੁਰਬਾਣੀ ਫਰਮਾਨ ਅਨੁਸਾਰ ਅੰਮ੍ਰਿਤ ਬਾਣੀ ਰਸਨਾ ਚੱਖ। ਸਾਨੂੰ ਸਮਝ ਨਾ ਹੋਣ ਕਰਕੇ ਅਸੀਂ ਝੂਠ ਦੁਆਰਾ ਆਪਣੀ ਰਸਨਾ ਤੋਂ ਜ਼ਹਿਰ ਪੀ ਰਹੇ ਹਾਂ, ਜੋ ਕਿ ਬੋਲ ਬਾਣੀ ਦੁਆਰਾ ਅੰਮ੍ਰਿਤ ਚੱਖਣ ਲਈ ਬਣੀ ਹੈ। ਇਸ ਬੋਲਣ ਵਾਲੇ ਝੂਠ ਤੋਂ ਅੱਗੇ ਵੀ ਗੁਰੂ ਗੁਰਬਾਣੀ ਵਿੱਚ ਅਨੇਕਾਂ ਤਰ੍ਹਾਂ ਦਾ ਕੂੜ ਦੇ ਪ੍ਰਥਾਏ ਵਿਸਥਾਰ ਕੀਤਾ ਗਿਆ ਹੈ, ਉਸ ਬਾਰੇ ਸਮਝਾਇਆ ਗਿਆ ਹੈ। ਗੁਰੂ ਗੁਰਬਾਣੀ ਆਖਦੀ ਹੈ, ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ। ਇੱਥੇ ਗੁਰੂ ਗੁਰਬਾਣੀ ਨੇ ਸਮਝਾਇਆ ਕਿ ਸੰਸਾਰ ਹੀ ਕੂੜ ਹੈ। ਜਿੰਨੀ ਲੋਕਾਈ ਇਹ ਰਾਜ ਭਾਗ ਸਭ ਕੂੜ ਹੈ, ਜਿਸ ਨਾਲ ਤੂੰ ਹਿੱਤ ਕਰੀ ਬੈਠਾ ਹੈ, ਜਿਸ ਨਾਲ ਤੂੰ ਇੰਨਾ ਜੁੜਿਆ ਹੋਇਆ ਹੈ। ਤੇ ਅੱਗੇ ਫਰਮਾਨ ਕਰਦੇ ਨੇ, ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣਹਾਰ, ਕਿ ਇਹ ਜੋ ਵੀ ਸਾਡਾ ਸੋਨਾ ਰੁਪਈਆ, ਧਨ ਦੌਲਤ ਅਤੇ ਜੋ ਇਸ ਨੂੰ ਪਹਿਨਣ ਦੀ ਚਾਹਨਾ ਕਰਨ ਵਾਲਾ ਹੈ, ਸਭ ਕੂੜ ਹੈ। ਗੁਰੂ ਗੁਰਬਾਣੀ ਤਾਂ ਸਾਨੂੰ ਸਮਝਾਉਂਦੀ ਹੋਈ ਹਰ ਵਸਤੂ ਨੂੰ ਕੂੜਾ ਦੱਸਦੀ ਹੈ। ਸਾਡੀ ਸਮਝ ਤੇ ਇਸ ਸਭ ਨੂੰ ਕੀਮਤੀ ਤੇ ਮੁੱਲਵਾਨ ਸਮਝਦੀ ਹੈ, ਪਰ ਗੁਰੂ ਗੁਰਬਾਣੀ ਨੇ ਇਸ ਨੂੰ ਕੂੜ ਕਿਉਂ ਕਹਿ ਦਿੱਤਾ ਹੈ? ਇਸ ਨੂੰ ਕੂੜ ਕਹਿਣ ਦਾ ਜਵਾਬ ਅਗਲੇ ਫਰਮਾਨ ਵਿੱਚ ਦਿੱਤਾ ਗਿਆ ਹੈ, ਕਿਸ ਨਾਲ ਕੀਚੈ ਦੋਸਤੀ, ਸਭ ਜਗ ਚੱਲਣਹਾਰ। ਕੁਝ ਵੀ ਰਹਿਣ ਵਾਲਾ ਨਹੀਂ, ਸਭ ਚਲਾਏਮਾਨ ਹੈ। ਇਸ ਕਰਕੇ ਇਸ ਨੂੰ ਕੂੜ ਕਿਹਾ ਹੈ ਤੇ ਇਸ ਨੇ ਇੱਕ ਦਿਨ ਛੁੱਟ ਜਾਣਾ ਹੀ ਹੈ। ਇਹੀ ਸੱਚਾਈ ਹੈ ਤੇ ਇਸ ਛੁੱਟ ਜਾਣ ਵਾਲੇ ਨੂੰ ਸਥਿਰ ਮੰਨ ਲੈਣਾ ਝੂਠ ਹੈ। ਇਸ ਦਾ ਹੰਕਾਰ ਕਰਨਾ ਵੀ ਕੂੜ ਹੈ। ਗੁਰੂ ਗੁਰਬਾਣੀ ਆਖਦੀ ਹੈ, ਇੱਥੇ ਆਇਆ ਸਭ ਕੋ ਜਾਸੀ ਕੂੜ ਕਰੇ ਹੰਕਾਰੋ। ਅਤੇ ਉਸ ਤੋਂ ਅੱਗੇ ਫਰਮਾਨ ਕਰਦੇ ਨੇ, ਕੂੜ ਕੂੜੈ ਨੇਹੋਂ ਲੱਗਾ, ਵਿਸਰਿਆ ਕਰਤਾਰ। ਕਿ ਕੂੜ ਵਿੱਚ ਗਰਸੇ ਰਹਿਣ ਕਾਰਨ, ਕੂੜੇ ਨਾਲ ਨੇਹੋਂ ਲੱਗਣ ਕਰਕੇ, ਇਸ ਨਾਲ ਮੋਹ ਪੈਣ ਕਾਰਨ ਸਾਨੂੰ ਜੀਵਾਂ ਨੂੰ ਸਾਡਾ ਮੂਲ ਕਰਤਾਰ ਸਾਹਿਬ ਸਤਿ ਸ੍ਰੀ ਅਕਾਲ ਪੁਰਖ ਸਤ ਪਦਮ ਪਿਤਾ ਜੀ ਵਿਸਰ ਚੁੱਕਾ ਹੈ। ਹੁਣ ਜਿਨ੍ਹਾਂ ਨੇ ਇਸ ਬਾਹਰੀ ਸੰਸਾਰ ਨੂੰ, ਕਾਇਆ ਨੂੰ, ਧਨ ਦੌਲਤ ਨੂੰ, ਬਾਹਰੀ ਘਰ ਪਰਿਵਾਰ ਦੇ ਮੋਹ ਨੂੰ, ਹੰਕਾਰ ਨੂੰ ਕੂੜ ਕਰਕੇ ਜਾਣਿਆ, ਉਹਨਾਂ ਦੀ ਤੇ ਅਤੇ ਸਾਡੀ ਆਮ ਜੀਵਾਂ ਦੀ ਸੂਝ ਸਮਝ ਵਿੱਚ ਭਾਰੀ ਅੰਤਰ ਹੈ।
ਉਹਨਾਂ ਨੇ ਅੰਦਰੋਂ ਕੋਈ ਸਥਿਰਤਾ ਦਾ ਤਲ ਜ਼ਰੂਰ ਵੇਖਿਆ ਜੋ ਸਦੀਵੀ ਹੈ, ਉਸ ਨੂੰ ਮਹਿਸੂਸ ਕੀਤਾ। ਉਹ ਜੋ ਕਦੇ ਨਹੀਂ ਛੁੱਟਦਾ, ਸਦਾ ਅੰਗ ਸੰਗੇ ਅਭੰਗੰ ਵਿਭੂਤੇ ਨੂੰ ਜਾਣਿਆ, ਤੇ ਇਸ ਦੇ ਵਿਪਰੀਤ ਨੂੰ ਵੀ ਜਾਣਿਆ ਜੋ ਛੁੱਟ ਜਾਂਦਾ ਹੈ, ਜੋ ਤਬਦੀਲ ਹੁੰਦਾ ਹੈ, ਨਾਲ ਨਹੀਂ ਰਹਿੰਦਾ, ਜਿਸ ਨਾਲ ਲੱਗਾ ਨੇਹੋਂ ਦੁੱਖ ਦਿੰਦਾ ਹੈ। ਇਸ ਛੁੱਟ ਜਾਣ ਵਾਲੇ ਦੇ ਦੁੱਖਾਂ ਤੋਂ ਅਗਾਹੋਂ ਹੀ ਅਲਰਟ ਕਰ ਸਾਡੀ ਸਮਝ ਲਈ ਉਹਨਾਂ ਸਾਨੂੰ ਤਾਕੀਦ ਕੀਤੀ ਇਸ ਨੂੰ ਜਾਣਨ ਦੀ। ਆਖਦੇ ਨੇ ਜਗ ਰਚਨਾ ਸਭ ਝੂਠ ਹੈ, ਜਾਣ ਲਿਓ ਰੇ ਮੀਤ। ਹੁਣ ਸਵਾਲ ਇਹ ਹੈ ਕਿ ਪਿਤਾ ਪਰਮਾਤਮਾ ਤੱਕ ਪਹੁੰਚਦੀਆਂ ਇਹਨਾਂ ਹਸਤੀਆਂ ਨੇ ਜੋ ਸਾਨੂੰ ਦੁੱਖਾਂ ਤੋਂ ਬਚਾਉਣ ਲਈ ਅਗਾਹ ਅਲਰਟ ਕੀਤਾ ਹੈ। ਕੂੜ ਨੂੰ ਪਛਾਣ, ਇਸ ਤੋਂ ਛੁੱਟ ਮੂਲ ਮਾਲਕ ਸਾਹਿਬ ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਦੀ ਹੋਂਦ ਨੂੰ ਮਹਿਸੂਸ ਕਰਨ ਲਈ ਆਖਿਆ ਹੈ, ਉਹ ਅਸੀਂ ਕਿਵੇਂ ਕਰੀਏ? ਉਸ ਦਾ ਹੱਲ ਇੰਜ ਫਰਮਾਉਂਦੇ ਨੇ ਕਿ ਕੂੜਾ ਲਾਲਚ ਛੱਡੀਐ, ਹੋਏ ਇੱਕ ਮਨ ਅਲਖ ਧਿਆਈਐ। ਇੱਕ ਮਨ, ਇੱਕ ਚਿੱਤ, ਇੱਕ ਸੁਰਤੀ ਨਾਲ ਉਸ ਅਲਖ ਪਿਤਾ ਦੇ ਧਿਆ ਤੱਕ ਪਹੁੰਚ ਹੀ ਕੂੜਾ ਲਾਲਚ ਛੁੱਟਦਾ ਹੈ। ਤੇ ਇਸ ਤੋਂ ਅੱਗੇ ਇਸ ਕੂੜ ਨੂੰ ਜਲਾਉਣ ਲਈ ਇੱਕ ਉੱਚ ਨੁਕਤੇ ਦੀ ਜੁਗਤ ਦੱਸੀ ਹੈ। ਗੁਰੂ ਗੁਰਬਾਣੀ ਆਖਦੀ ਹੈ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ। ਜੀਵਨ ਕਰਮ ਵਿੱਚ ਸਦਗੁਣੀ ਅਪਣਾਉਣ ਨਾਲ ਇਸ ਕੂੜ ਦੀ ਪਹਿਚਾਣ ਹੋ ਇਸ ਤੋਂ ਛੁੱਟਣਾ ਸਹਿਲਾ ਤਰੀਕਾ ਹੈ, ਜਿਸ ਦੇ ਨਾਲ ਮੂਲ ਪੁਰਖ ਸਾਹਿਬ ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਦੇ ਧਿਆਨ ਵਿੱਚ ਬੈਠਣ ਨਾਲ ਹੀ ਅਸੀਂ ਇਸ ਕੂੜ ਤੋਂ ਜਾਣੂ ਹੋ ਸਕਦੇ ਹਾਂ। ਕਿਉਂਕਿ ਧਿਆਨ ਦੀਆਂ ਗਹਿਰਾਈਆਂ ਵਿੱਚ ਜਦੋਂ ਜੀਵ ਬੈਠਦਾ ਹੈ ਤੇ ਇਸ ਤੱਤਾਂ ਦੇ ਕੂੜ ਸੰਸਾਰ ਦੇ ਵਿਚਾਰਾਂ ਦੇ ਘੇਰੇ ਵਿੱਚੋਂ ਨਿਕਲਦਾ ਹੈ। ਇੱਥੇ ਹੀ ਇਸ ਦੀ ਅਸਲ ਬੁੱਧ ਵਿਵੇਕ ਜਾਗਰਤ ਹੋ ਇਸ ਨੂੰ ਇਸ ਕੂੜ ਰੂਪ ਤੋਂ ਜਾਣੂ ਕਰਾਉਂਦੀ ਹੋਈ ਇਸ ਵਿੱਚੋਂ ਸੁਰਤ ਨੂੰ ਕੱਢ ਕੇ ਆਪ ਦੇ ਮੂਲ ਪੁਰਖ ਪਿਤਾ ਦੇ ਅਸਲ ਸਥਿਰਤਾ ਵਾਲੇ ਸਰੂਪ ਦਾ ਦੀਦਾਰ ਕਰਾਉਂਦੀ ਹੈ। ਸੋ ਬਾਹਰੀ ਘਰਾਂ ਦੇ ਕੂੜ ਦੀ ਸਮਝ ਦੇ ਨਾਲ ਸਾਨੂੰ ਉਸ ਕੂੜ ਦੀ ਪਰਤ ਜੋ ਸਾਡੀ ਬੁੱਧੀ ਤੇ ਜੰਮੀ ਹੈ ਉਸ ਨੂੰ ਹਟਾਉਣ ਲਈ ਆਪ ਦੇ ਮੂਲ ਪੁਰਖ ਸਾਹਿਬ ਸਤਿ ਸ੍ਰੀ ਅਕਾਲ ਪੁਰਖ ਸਤ ਪਦਮ ਪਿਤਾ ਜੀ ਦਾ ਓਟ ਆਸਰਾ ਲੈਂਦੇ ਹੋਏ ਸਦਗੁਣੀ ਰੱਖ ਕੇ ਧਿਆਨ ਦੇ ਅਭਿਆਸ ਵੱਲ ਕਦਮ ਰੱਖਣਾ ਚਾਹੀਦਾ ਹੈ, ਤਾਂ ਜੋ ਅਸੀਂ ਕੂੜ ਨੂੰ ਪਹਿਚਾਣਦੇ ਹੋਏ ਇਸ ਤੋਂ ਮੁਕਤ ਹੋ ਆਪ ਦੇ ਨਿੱਜ ਘਰ ਪਹੁੰਚਣ ਲਈ ਆਪਣੇ ਆਪ ਨੂੰ ਸਾਫ਼ ਸੁਥਰਾ ਰੱਖ ਸਕੀਏ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।